ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਕੰਪੀਟੀਟਿਵ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਚੈਨਲ ਤੇ ਤੁਹਾਡੇ ਨਾਲ ਪੰਜਾਬ ਦੇ ਪੇਪਰਾਂ ਦੇ ਸਪੈਸ਼ਲ ਫੋਕਸ ਤੋਂ ਸਪੈਸ਼ਲ ਨੁਕਤਾ ਨਜ਼ਰ ਤੋਂ ਤੁਹਾਡੇ ਨਾਲ ਕਰੰਟ ਅਫੇਅਰਸ ਜਿਹੜੇ ਨੇ ਉਹ ਸਾਂਝੇ ਕੀਤੇ ਜਾਂਦੇ ਨੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਸੈਗਮੈਂਟ ਵੀ ਸ਼ੁਰੂ ਕਰਾਂਗੇ ਜਿਹੜੇ ਪੇਪਰਾਂ ਦੇ ਵਿੱਚ ਤਿਆਰੀ ਦੇ ਲਈ ਜ਼ਰੂਰੀ ਹੁੰਦੇ ਨੇ। ਔਰ ਇੰਨਾ ਹੀ ਨਹੀਂ ਹੈ ਕਿ ਇਹ ਕਰੰਟ ਅਫੇਅਰਸ ਕੇਵਲ ਪੰਜਾਬ ਲਈ ਇੰਪੋਰਟੈਂਟ ਨੇ। ਠੀਕ ਹੈ ਕਿ ਪੰਜਾਬ ਦੇ ਉੱਪਰ ਥੋੜ੍ਹਾ ਜ਼ਿਆਦਾ ਜ਼ੋਰ ਦਿੱਤਾ ਗਿਆ, ਜਿਸ ਤਰ੍ਹਾਂ ਦੇ ਕੁਐਸਚਨਸ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਪੁੱਛੇ ਜਾਂਦੇ ਨੇ, ਪਰ ਇਹਨਾਂ ਹੀ ਕੁਐਸਚਨਸ ਦੇ ਨਾਲ, ਇਹਨਾਂ ਹੀ ਕਰੰਟ ਅਫੇਅਰਸ ਦੇ ਨਾਲ ਤੁਸੀਂ ਸੈਂਟਰ ਦੇ ਪੇਪਰ ਜਾਂ ਹੋਰ ਸਟੇਟਸ ਦੇ ਪੇਪਰਸ ਦੇ ਵਿੱਚ ਵੀ ਅਪੀਅਰ ਹੋ ਸਕਦੇ ਹੋ। ਮੈਂ ਜ਼ਿਆਦਾ ਸਮਾਂ ਨਾ ਲਵਾਂ, ਚੱਲਦੇ ਹਾਂ ਪਹਿਲੇ ਕੁਐਸਚਨ ਦੇ ਵੱਲ। ਤਾਂ ਅੱਜ 15 ਜਨਵਰੀ ਦਾ ਸਭ ਤੋਂ ਪਹਿਲਾ ਕੁਐਸਚਨ ਇਹ ਬਣਦਾ ਹੈ ਕਿ ਹਾਲ ਹੀ ਦੇ ਵਿੱਚ ਇੱਕ ਕਿਤਾਬ ਲਾਂਚ ਕੀਤੀ ਗਈ। ਕਿਤਾਬ ਦਾ ਨਾਮ ਹੈ ਇੰਡੋਮੀਟੇਬਲ, A Working Women's Notes on Life, Work and Leadership। ਇਸ ਕਿਤਾਬ ਦੀ ਲੇਖਕ ਕੌਣ ਹੈ? ਤਾਂ ਇੰਡੋਮੀਟੇਬਲ ਕਿਤਾਬ ਦੀ ਲੇਖਕ ਹੈ ਜੀ ਅਰੁੰਧਤੀ ਭੱਟਾਚਾਰੀਆ। ਤਾਂ ਇਸ ਕੁਐਸਚਨ ਦਾ A ਆਪਸ਼ਨ ਸਹੀ ਆਪਸ਼ਨ ਹੈ। ਤਾਂ ਅਰੁੰਧਤੀ ਭੱਟਾਚਾਰੀਆ ਦੇ ਬਾਰੇ ਜਾਣ ਲੈਂਦੇ ਕਿ ਅਰੁੰਧਤੀ ਭੱਟਾਚਾਰੀਆ ਕੌਣ ਹੈ। ਅਰੁੰਧਤੀ ਭੱਟਾਚਾਰੀਆ ਰਿਟਾਇਰਡ ਇੰਡੀਅਨ ਬੈਂਕਰ ਹੈ, ਫਾਰਮਰ ਚੇਅਰਪਰਸਨ ਰਹੇ ਨੇ SBI ਦੇ। ਤਾਂ SBI ਦੇ ਫਾਰਮਰ ਚੇਅਰਪਰਸਨ ਅਰੁੰਧਤੀ ਭੱਟਾਚਾਰੀਆ ਦੇ ਵੱਲੋਂ ਕਿਤਾਬ ਇੰਡੋਮੀਟੇਬਲ ਲਿਖੀ ਗਈ ਹੈ। ਔਰ ਹੁਣ ਕਿਉਂਕਿ ਗੱਲ SBI ਦੀ ਹੋਈ ਹੈ ਤਾਂ ਇਹ ਜਾਣ ਲਈਏ ਕਿ SBI ਦੇ ਹੈੱਡਕੁਆਟਰ ਕਿੱਥੇ ਨੇ। ਤਾਂ ਸਾਨੂੰ ਇਹ ਯਾਦ ਰੱਖਣਾ ਹੋਊਗਾ ਕਿ SBI ਦੇ ਹੈੱਡਕੁਆਟਰ ਮੁੰਬਈ ਦੇ ਵਿੱਚ ਨੇ, ਔਰ ਮੌਜੂਦਾ ਚੇਅਰਪਰਸਨ SBI ਦੇ ਕੌਣ ਨੇ? ਮੌਜੂਦਾ ਚੇਅਰਪਰਸਨ ਨੇ ਦਿਨੇਸ਼ ਆਨੰਦ। ਕਿਤਾਬ ਦੇ ਨਾਮ ਦੇ ਬਾਰੇ ਜਾਣਕਾਰੀ ਹੋਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਤਾਂ ਜਿਹੜਾ ਸ਼ਬਦ ਇੰਡੋਮੀਟੇਬਲ ਹੈ ਉਸਦਾ ਮਤਲਬ ਹੁੰਦਾ ਕਿ ਜਿਸ ਨੂੰ ਦਬਾਇਆ ਨਾ ਜਾ ਸਕੇ। ਤਾਂ ਕਿਤਾਬ ਜੋ ਲਿਖੀ ਗਈ ਹੈ ਇੰਡੋਮੀਟੇਬਲ ਅਰੁੰਧਤੀ ਭੱਟਾਚਾਰੀਆ ਦੇ ਵੱਲੋਂ। ਔਰ ਇਸ ਕੁਐਸਚਨ ਦੇ ਨਾਲ ਰਿਲੇਟਡ ਤਕਰੀਬਨ ਜਿੰਨੀ ਵੀ ਜਾਣਕਾਰੀ ਪੁੱਛੀ ਜਾ ਸਕਦੀ ਹੈ ਉਹ ਅਸੀਂ ਸਾਂਝੀ ਕਰ ਚੁੱਕੇ ਹਾਂ। ਚੱਲਦੇ ਹਾਂ ਜੀ ਦੂਸਰੇ ਕੁਐਸਚਨ ਦੇ ਵੱਲ। ਤਾਂ ਦੂਸਰਾ ਪ੍ਰਸ਼ਨ ਹੈ, ਇਤਰਾ ਡੇਵਿਸ ਨੂੰ ਉਜੀਵਨ ਸਮਾਲ ਫਾਈਨੈਂਸ ਬੈਂਕ ਦਾ ਨਵਾਂ ਪ੍ਰਬੰਧ ਨਿਰਦੇਸ਼ਕ, ਜਿਸ ਨੂੰ MD ਵੀ ਕਹਿੰਦੇ ਆ, ਅਤੇ ਮੁੱਖ ਕਾਰਜਕਾਰੀ ਅਧਿਕਾਰੀ ਯਾਨੀ CEO ਨਿਯੁਕਤ ਕੀਤਾ ਗਿਆ ਹੈ। ਤਾਂ ਇਸ ਤੋਂ ਪਹਿਲਾਂ ਉਹ ਕੀ ਰਹੇ ਨੇ? ਤਾਂ ਇਤਰਾ ਡੇਵਿਸ ਇਸ ਤੋਂ ਪਹਿਲਾਂ ਯੂਰਪ ਅਰਬ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਰਹੇ ਨੇ। ਤਾਂ ਇਸ ਕੁਐਸਚਨ ਦਾ B ਆਪਸ਼ਨ ਜਿਹੜਾ ਉਹ ਸਹੀ ਹੈ। 2017 ਦੇ ਵਿੱਚ ਉਜੀਵਨ ਸਮਾਲ ਫਾਈਨੈਂਸ ਬੈਂਕ ਦੀ ਸਥਾਪਨਾ ਹੁੰਦੀ ਹੈ, ਔਰ ਇਸ ਦਾ ਹੈੱਡਕੁਆਟਰ ਨੇ ਬੰਗਲੌਰ ਦੇ ਵਿੱਚ। ਤਾਂ ਇਹ ਜਾਣਕਾਰੀ ਸਾਨੂੰ ਯਾਦ ਰੱਖਣੀ ਪਵੇਗੀ। 2017 ਦੇ ਵਿੱਚ ਸਥਾਪਨਾ ਹੁੰਦੀ ਹੈ ਉਜੀਵਨ ਸਮਾਲ ਫਾਈਨੈਂਸ ਬੈਂਕ ਦੀ, ਔਰ ਇਸ ਦੇ ਹੈੱਡਕੁਆਟਰਸ ਨੇ ਬੰਗਲੌਰ ਦੇ ਵਿੱਚ। ਚੱਲਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਇੰਡੀਆ ਸਟੇਟ ਆਫ ਫੋਰੈਸਟ ਰਿਪੋਰਟ 2021 ਦੇ ਵਿੱਚ ਘੋਸ਼ਿਤ ਕੀਤੇ ਅਨੁਸਾਰ ਕਿਹੜਾ ਭਾਰਤੀ ਰਾਜ ਸਭ ਤੋਂ ਵੱਧ ਜੰਗਲਾਤ ਖੇਤਰ ਵਾਲਾ ਰਾਜ ਹੈ? ਤਾਂ ਸਭ ਤੋਂ ਜ਼ਿਆਦਾ ਜੰਗਲ ਜਿਹੜੇ ਨੇ ਉਹ ਮੱਧ ਪ੍ਰਦੇਸ਼ ਦੇ ਵਿੱਚ ਨੇ। ਇਸ ਰਿਪੋਰਟ ਦੇ ਅਨੁਸਾਰ ਸਭ ਤੋਂ ਜ਼ਿਆਦਾ ਜੰਗਲ ਜਿਹੜੇ ਨੇ ਉਹ ਮੱਧ ਪ੍ਰਦੇਸ਼ ਦੇ ਵਿੱਚ ਨੇ। ਫੋਰੈਸਟ ਸਰਵੇ ਆਫ ਇੰਡੀਆ ਦੇ ਵੱਲੋਂ ਇਹ ਰਿਪੋਰਟ ਪ੍ਰਿਪੇਅਰ ਕੀਤੀ ਗਈ ਹੈ, ਔਰ ਮਿਨਿਸਟਰੀ ਆਫ ਐਨਵਾਇਰਨਮੈਂਟ, ਫੋਰੈਸਟ ਐਂਡ ਕਲਾਈਮੇਟ ਚੇਂਜ ਨੇ ਇਹ ਜਾਰੀ ਕੀਤੀ ਹੈ। ਤਾਂ ਮੱਧ ਪ੍ਰਦੇਸ਼ ਦੀ ਗੱਲ ਕੀਤੀ ਆਪਾਂ, ਤਾਂ ਮੱਧ ਪ੍ਰਦੇਸ਼ ਜਿਹੜੀ ਕੈਪੀਟਲ ਹੈ ਮੱਧ ਪ੍ਰਦੇਸ਼ ਦੀ ਰਾਜਧਾਨੀ ਹੈ ਭੋਪਾਲ। ਔਰ ਇਸੇ ਕੁਐਸਚਨ ਦੇ ਨਾਲ ਜੁੜਦਾ, ਕਿਉਂਕਿ ਜਿਹੜੀ ਫੋਰੈਸਟ ਰਿਪੋਰਟ 2021 ਹੈ ਉਹਦੇ ਨਾਲ ਹੀ ਜੁੜਦਾ ਇੱਕ ਕੁਐਸਚਨ ਹੋਰ ਬੜਾ ਇੰਪੋਰਟੈਂਟ ਬਣਦਾ ਕਿ ਟੋਟਲ ਫੋਰੈਸਟ ਕਵਰ ਜਿਹੜਾ ਹੈਗਾ ਉਹ ਕਿੰਨਾ ਹੈ ਇੰਡੀਆ ਦਾ। ਸੋ ਇੰਡੀਆ ਦਾ ਟੋਟਲ ਫੋਰੈਸਟ ਕਵਰ 80.9 ਹੈ। 80.9 ਮਿਲੀਅਨ ਹੈਕਟੇਅਰ ਆ। ਤੁਹਾਡੇ ਲਈ ਇਹ ਕੁਐਸਚਨ ਹੈ, ਤੁਸੀਂ ਕਮੈਂਟ ਬਾਕਸ ਦੇ ਵਿੱਚ ਇਹ ਦੱਸਣਾ ਆ ਕਿ ਪੰਜਾਬ ਦਾ ਫੋਰੈਸਟ ਕਵਰ ਜਿਹੜਾ ਉਹ ਕਿੰਨਾ ਆ। ਪੰਜਾਬ ਦਾ ਫੋਰੈਸਟ ਕਵਰ ਤੁਹਾਡੇ ਲਈ ਛੱਡਿਆ, ਤੁਸੀਂ ਦੱਸੋਗੇ ਕਮੈਂਟ ਬਾਕਸ ਦੇ ਵਿੱਚ ਕਿ ਕਿੰਨਾ ਆ। ਅਸੀਂ ਚੱਲਦੇ ਹਾਂ ਅਗਲੇ ਕੁਐਸਚਨ ਦੇ ਵੱਲ। ਸੋ ਅਗਲਾ ਕੁਐਸਚਨ ਹੈ ਜੀ, S ਰਮਸੇਨ ਦਾ ਦੇਹਾਂਤ ਹੋਇਆ ਹੈ, ਉਹ ਕੌਣ ਸੀ? S ਰਮਸੇਨ ਦਾ ਦੇਹਾਂਤ ਹੋਇਆ। ਤਾਂ S ਰਮਸੇਨ ਮਸ਼ਹੂਰ ਕਵੀ ਨੇ ਮਲਿਆਲਮ ਭਾਸ਼ਾ ਦੇ। ਤਾਂ ਇਸ ਕੁਐਸਚਨ ਦਾ C ਆਪਸ਼ਨ ਸਹੀ ਹੈ। ਇਸ ਕੁਐਸਚਨ ਦਾ C ਆਪਸ਼ਨ ਸਹੀ ਹੈ ਜੀ। ਤਾਂ ਮਲਿਆਲਮ ਭਾਸ਼ਾ ਦੇ ਮਸ਼ਹੂਰ ਕਵੀ ਨੇ। ਤਾਂ ਸਾਡੇ ਲਈ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਕਿ ਮਲਿਆਲਮ ਕਿੱਥੇ ਬੋਲੀ ਜਾਂਦੀ ਹੈ। ਤਾਂ ਮਲਿਆਲਮ ਕੇਰਲਾ ਅਤੇ ਲਕਸ਼ਦੀਪ ਦੇ ਵਿੱਚ ਬੋਲੀ ਜਾਂਦੀ ਹੈ। ਕੇਰਲਾ ਅਤੇ ਲਕਸ਼ਦੀਪ ਦੀ ਦਫ਼ਤਰੀ ਭਾਸ਼ਾ ਵੀ ਮਲਿਆਲਮ ਹੈ। ਚੱਲਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਅਗਲਾ ਕੁਐਸਚਨ ਹੈ ਜੀ, ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਦੇਸ਼ 15ਵੇਂ ਅੰਡਰ-19 ਕ੍ਰਿਕਟ ਵਰਲਡ ਕੱਪ ਦੀ ਮੇਜ਼ਬਾਨੀ ਕਰੇਗਾ? ਤਾਂ ਇਹਨਾਂ ਦੇ ਵਿੱਚੋਂ ਵੈਸਟ ਇੰਡੀਜ਼ ਅੰਡਰ-19 ਕ੍ਰਿਕਟ ਵਰਲਡ ਕੱਪ ਜਿਹੜਾ 15ਵਾਂ ਹੋ ਰਿਹਾ ਉਹਦੀ ਮੇਜ਼ਬਾਨੀ ਕਰੇਗਾ। ਤਾਂ ਇਹ ਆਪਸ਼ਨ ਜਿਹੜਾ ਸਹੀ ਹੈ। ਔਰ ਨਾਲ ਦੀ ਨਾਲ ਸਾਡੇ ਲਈ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਕਿ
ਇਹਦੇ ਵਿੱਚ ਭਾਰਤ ਦਾ ਕੈਪਟਨ ਕੌਣ ਹੋਏਗਾ? ਤਾਂ ਭਾਰਤੀ ਟੀਮ ਦਾ ਕਪਤਾਨ ਯਸ਼ ਢੱਲ ਨੇ 15ਵੇਂ ਅੰਡਰ 19 ਕ੍ਰਿਕਟ ਵਰਲਡ ਕੱਪ ਦੇ ਵਿੱਚ। ਚੱਲਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਤਾਂ ਇਹਨਾਂ ਦੇ ਵਿੱਚੋਂ ਸਾਇਨਾ ਨੇਹਵਾਲ ਨੂੰ ਹਰਾਉਣ ਵਾਲੀ ਦੂਜੀ ਭਾਰਤੀ ਕੌਣ ਬਣੀ ਹੈ? ਸਾਇਨਾ ਨੇਹਵਾਲ ਨੂੰ ਇੰਡੀਆ ਓਪਨ ਦੇ ਵਿੱਚ ਹਰਾਇਆ ਗਿਆ ਔਰ ਸਾਇਨਾ ਨੇਹਵਾਲ ਨੂੰ ਹਰਾਉਣ ਵਾਲੀ ਜਿਹੜੀ ਦੂਜੀ ਭਾਰਤੀ ਬਣੀ ਹੈ ਉਹ ਬਣੀ ਹੈ ਜੀ ਮਾਲਵਿਕਾ ਬਨਸੋੜ। ਤਾਂ ਮਾਲਵਿਕਾ ਬਨਸੋੜ ਦੂਸਰੀ ਭਾਰਤੀ ਬਣੀ ਹੈ। ਮਾਲਵਿਕਾ ਬਨਸੋੜ ਦੇ ਬਾਰੇ ਜਾਣਕਾਰੀ ਥੋੜ੍ਹੀ ਜਿਹੀ ਹੋਣੀ ਲਾਜ਼ਮੀ ਹੈ। ਤਾਂ ਮਾਲਵਿਕਾ ਬਨਸੋੜ ਕਿੱਥੋਂ ਦੀ ਰਹਿਣ ਵਾਲੀ ਹੈ? ਨਾਗਪੁਰ ਮਹਾਰਾਸ਼ਟਰ ਦੀ ਰਹਿਣ ਵਾਲੀ ਹੈ। ਇਸ ਤੋਂ ਪਹਿਲਾਂ ਸਾਇਨਾ ਨੇਹਵਾਲ ਨੂੰ PV ਸਿੰਧੂ ਨੇ ਹਰਾਇਆ ਸੀ। ਤਾਂ ਦੂਸਰੀ ਭਾਰਤੀ ਬਣੀ ਹੈ। ਕੁਐਸਚਨ ਇਹ ਵੀ ਪੁੱਛਿਆ ਜਾ ਸਕਦਾ ਕਿ ਪਹਿਲੀ ਭਾਰਤੀ ਕੌਣ ਸੀ ਜਿਸ ਨੇ ਨੇਹਵਾਲ ਨੂੰ ਹਰਾਇਆ ਸੀ? ਤਾਂ ਪਹਿਲੀ ਭਾਰਤੀ PV ਸਿੰਧੂ ਹੈ ਔਰ ਦੂਸਰੀ ਹੈ ਮਾਲਵਿਕਾ ਬਨਸੋੜ ਜਿਸ ਨੇ ਸਾਇਨਾ ਨੇਹਵਾਲ ਨੂੰ ਹਰਾਇਆ। ਚੱਲਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਡੇਨੀਅਲ ਅਲੀਪੋਵ ਨੂੰ ਭਾਰਤ ਦੇ ਵਿੱਚ ਰੂਸ ਦਾ ਰਾਜਦੂਤ ਨਿਯੁਕਤ ਕੀਤਾ ਗਿਆ। ਗਲਤੀ ਨਾਲ ਪੱਛਮੀ ਰਾਜਦੂਤ ਲਿਖਿਆ ਗਿਆ, ਭਾਰਤ ਵਿੱਚ ਰੂਸੀ ਰਾਜਦੂਤ ਨਿਯੁਕਤ ਕੀਤਾ ਗਿਆ। ਉਹ ਕਿਸ ਦੀ ਜਗ੍ਹਾ ਲਵੇਗਾ? ਤਾਂ ਡੇਨੀਅਲ ਅਲੀਪੋਵ ਨਿਕੋਲ ਕੁਦਾਸ਼ੇਵ ਦੀ ਜਗ੍ਹਾ ਲਏਗਾ। ਤਾਂ ਡੇਨੀਅਲ ਅਲੀਪੋਵ ਨੇ ਨਿਕੋਲ ਕੁਦਾਸ਼ੇਵ ਦੀ ਜਗ੍ਹਾ ਲੈਣੀ ਹੈ, ਇਹ ਯਾਦ ਰੱਖਣਾ ਜ਼ਰੂਰੀ ਹੋਵੇਗਾ। ਚੱਲਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਅਡਾਨੀ ਗਰੁੱਪ ਦੇ ਵੱਲੋਂ ਗੁਜਰਾਤ ਦੇ ਮੁੰਦਰਾ ਦੇ ਵਿੱਚ ਸਟੀਲ ਮਿੱਲ ਸਥਾਪਿਤ ਕੀਤੀ ਜਾਣੀ ਹੈ। ਤਾਂ ਹੇਠ ਲਿਖਿਆਂ ਦੇ ਵਿੱਚੋਂ ਕਿਸ ਫਰਮ ਦੇ ਨਾਲ ਅਡਾਨੀ ਗਰੁੱਪ ਨੇ ਸਮਝੌਤਾ ਕੀਤਾ? ਅਡਾਨੀ ਗਰੁੱਪ ਦੇ ਵੱਲੋਂ ਸਮਝੌਤਾ ਕੀਤਾ ਗਿਆ ਜੀ ਗੁਜਰਾਤ ਦੇ ਮੁੰਦਰਾ ਦੇ ਵਿੱਚ ਸਟੀਲ ਮਿੱਲ ਸਥਾਪਿਤ ਕਰਨ ਦੇ ਲਈ ਪੋਸਕੋ ਦੇ ਨਾਲ। ਤਾਂ ਪੋਸਕੋ ਕੰਪਨੀ ਦੇ ਨਾਲ ਸਮਝੌਤਾ ਕੀਤਾ ਗਿਆ। ਸਾਊਥ ਕੋਰੀਆ ਦੀ ਕੰਪਨੀ ਹੈ ਪੋਸਕੋ। ਤਾਂ ਸਾਊਥ ਕੋਰੀਆ ਦੀ ਗੱਲ ਹੋਈ ਹੈ ਤਾਂ ਸਾਊਥ ਕੋਰੀਆ ਦੀ ਰਾਜਧਾਨੀ ਹੈ ਜੀ ਸਿਓਲ। ਸਾਊਥ ਕੋਰੀਆ ਦੇ ਬਾਰੇ ਗੱਲ ਕਰਦੇ ਹਾਂ। ਸਾਊਥ ਕੋਰੀਆ ਦੀ ਰਾਜਧਾਨੀ ਯਾਦ ਰੱਖਣੀ ਹੋਵੇਗੀ। ਸਾਊਥ ਕੋਰੀਆ ਦੀ ਰਾਜਧਾਨੀ ਸਿਓਲ ਹੈ। ਸਟੀਲ ਕੰਪਨੀਆਂ ਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ 'ਤੇ ਚੀਨ ਬਾਓਵੂ ਸਮੂਹ ਹੈ। ਤਾਂ ਇਹਨਾਂ ਤੁਹਾਨੂੰ ਇਸ ਦੇ ਬਾਰੇ ਯਾਦ ਰੱਖਣਾ ਹੋਵੇਗਾ। ਚੱਲਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਹਵਾਈ ਜਹਾਜ਼ ਦੀ ਥੀਮ ਵਾਲੀ ਲਾਇਬ੍ਰੇਰੀ ਸਿੱਖਿਆ ਉਡਾਨ ਕਿੱਥੇ ਸ਼ੁਰੂ ਹੋਈ ਹੈ? ਤੁਸੀਂ ਫੋਟੋ ਦੇ ਵਿੱਚ ਦੇਖ ਰਹੇ ਹੋ ਹਵਾਈ ਜਹਾਜ਼ ਦੀ ਸ਼ੇਪ ਵਾਲੀ ਇੱਕ ਲਾਇਬ੍ਰੇਰੀ ਸ਼ੁਰੂ ਕੀਤੀ ਗਈ ਹੈ। ਹਵਾਈ ਜਹਾਜ਼ ਦੀ ਸ਼ੇਪ ਵਾਲੀ ਲਾਇਬ੍ਰੇਰੀ ਸ਼ੁਰੂ ਕੀਤੀ ਗਈ ਹੈ ਤਾਂ ਜੋ ਬੱਚਿਆਂ ਦਾ ਮਨ ਪੜ੍ਹਾਈ ਦੇ ਵਿੱਚ ਜ਼ਿਆਦਾ ਲੱਗ ਸਕੇ, ਉਹ ਲਾਇਬ੍ਰੇਰੀ ਦੇ ਵਿੱਚ ਜਾਣ ਦੀ ਆਦਤ ਪਾਉਣ। ਤਾਂ ਇਹ ਲਾਇਬ੍ਰੇਰੀ ਸ਼ੁਰੂ ਹੋਈ ਹੈ ਜੀ ਬਿਹਾਰ ਦੇ ਵਿੱਚ। ਤਾਂ ਇਸ ਕੁਐਸਚਨ ਦਾ C ਆਪਸ਼ਨ ਸਹੀ ਹੈ। ਚੱਲਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਹੇਠਾਂ ਦਿੱਤੇ ਅੰਗਰੇਜ਼ ਨੇਤਾਵਾਂ ਦੇ ਵਿੱਚੋਂ ਕੌਣ ਜਿਨਸੀ ਸ਼ੋਸ਼ਣ ਕਰਕੇ ਹਾਲ ਹੀ ਦੇ ਵਿੱਚ ਖਬਰਾਂ ਦੇ ਵਿੱਚ ਸੀ? ਤਾਂ ਜਿਨਸੀ ਸ਼ੋਸ਼ਣ ਦੇ ਕਰਕੇ ਇੰਗਲੈਂਡ ਦੀ ਮਹਾਰਾਣੀ ਦਾ ਜਿਹੜਾ ਰਾਜਕੁਮਾਰ ਹੈ ਪ੍ਰਿੰਸ ਐਂਡਰਿਊ, ਉਹ ਖਬਰਾਂ ਦੇ ਵਿੱਚ ਰਹੇ ਨੇ। ਉਹਨਾਂ ਤੋਂ ਜਿੰਨੇ ਵੀ ਮਿਲਟਰੀ ਟਾਈਟਲ, ਉਹਨਾਂ ਨੂੰ ਮਿਲਟਰੀ ਮੈਡਲ ਜਾਂ ਜਿੰਨੇ ਵੀ ਰਾਜ ਦੀਆਂ ਸਰਪ੍ਰਸਤੀਆਂ ਦਿੱਤੀਆਂ ਗਈਆਂ ਸੀਗੀਆਂ, ਜਿੰਨੀਆਂ ਵੀ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸੀ, ਉਹ ਇੱਕ ਵਾਰ ਵਾਪਸ ਲੈ ਲਈਆਂ ਗਈਆਂ ਨੇ। ਤਾਂ ਪ੍ਰਿੰਸ ਐਂਡਰਿਊ ਜਿਨਸੀ ਸ਼ੋਸ਼ਣ ਦੇ ਮਾਮਲੇ ਕਰਕੇ ਖਬਰਾਂ ਦੇ ਵਿੱਚ ਰਹੇ ਨੇ। ਚੱਲਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਇਸ ਤੋਂ ਇਲਾਵਾ ਦੂਸਰੇ ਦੋ ਵੀ ਐਲਿਜ਼ਬੇਥ ਦੇ ਬੇਟੇ ਹੀ ਨੇ। ਤੁਸੀਂ ਜੋ ਆਪਸ਼ਨਸ ਦੇ ਵਿੱਚ ਦੇਖੇ ਨੇ, ਪ੍ਰਿੰਸ ਚਾਰਲਸ ਤੇ ਪ੍ਰਿੰਸ ਐਡਵਰਡ ਵੀ ਮਹਾਰਾਣੀ ਐਲਿਜ਼ਬੇਥ ਦੇ ਬੇਟੇ ਨੇ। ਲੇਕਿਨ ਪ੍ਰਿੰਸ ਐਂਡਰਿਊ ਜਿਹੜਾ ਹੈ ਉਸ ਦੇ ਉੱਪਰ ਜਿਨਸੀ ਸ਼ੋਸ਼ਣ ਦਾ ਮਾਮਲਾ ਹੋਣ ਕਰਕੇ ਉਸ ਤੋਂ ਇਹ ਟਾਈਟਲ ਵਾਪਸ ਲਏ ਗਏ ਨੇ। ਚੱਲਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਭਾਰਤ ਵਿੱਚ ਅਮਰੀਕਾ ਦੇ ਨਵੇਂ ਰਾਜਦੂਤ ਐਰਿਕ ਗਾਰਸੇਟੀ ਕਿਸ ਦੀ ਥਾਂ ਲੈਣਗੇ? ਤਾਂ ਐਰਿਕ ਗਾਰਟੇਸੀ ਕੈਨਿਥ ਜਸਟਰ ਦੀ ਜਗ੍ਹਾ ਲੈਣਗੇ। ਐਰਿਕ ਗਾਰਸੇਟੀ ਕੈਨਿਥ ਜਸਟਰ ਦੀ ਜਗ੍ਹਾ ਲੈਣਗੇ। ਚੱਲਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਹਾਲ ਹੀ ਵਿੱਚ ਭਾਰਤ ਨੇ ਕਿਸ ਦੇਸ਼ ਨਾਲ ਮੁਕਤ ਵਪਾਰ ਸਮਝੌਤੇ ਲਈ ਗੱਲਬਾਤ ਸ਼ੁਰੂ ਕੀਤੀ ਹੈ? ਤਾਂ ਹਾਲ ਹੀ ਦੇ ਵਿੱਚ ਭਾਰਤ ਨੇ UK ਦੇ ਨਾਲ ਮੁਕਤ ਵਪਾਰ ਸਮਝੌਤੇ ਦੇ ਲਈ ਗੱਲਬਾਤ ਸ਼ੁਰੂ ਕੀਤੀ ਹੈ। ਤਾਂ ਆਪਸ਼ਨ D ਜਿਹੜਾ ਸਹੀ ਆਪਸ਼ਨ ਹੈ। ਇੰਗਲੈਂਡ ਦੇ ਬਾਰੇ ਗੱਲ ਕਰਦੇ ਹਾਂ। ਇੰਗਲੈਂਡ ਦੀ ਰਾਜਧਾਨੀ ਲੰਡਨ ਹੈ। ਔਰ ਕੱਲ੍ਹ ਅਸੀਂ ਇੱਕ ਕੁਐਸਚਨ ਦੀ ਗੱਲ ਕੀਤੀ ਸੀਗੀ, ਬੋਰਿਸ ਜੌਨਸਨ ਖਬਰਾਂ ਦੇ ਵਿੱਚ ਸੀ। ਬੋਰਿਸ ਜੌਨਸਨ ਵੀ ਇੰਗਲੈਂਡ ਤੋਂ ਹੈ ਔਰ ਪ੍ਰਿੰਸ ਐਂਡਰਿਊ ਜਿਨ੍ਹਾਂ ਦੀ ਹੁਣੇ ਗੱਲ ਕਰਕੇ ਹਟਿਆ ਉਹ ਵੀ ਇੱਥੋਂ ਹੀ ਹੈ। ਤਾਂ ਬੋਰਿਸ ਜੌਨਸਨ ਕਿਉਂ ਖਬਰਾਂ ਦੇ ਵਿੱਚ ਸੀ? ਉਹਨਾਂ ਨੇ ਕੋਵਿਡ ਨਿਯਮਾਂ ਦੀ ਉਲੰਘਣਾ ਕੀਤੀ ਸੀ, ਇੱਕ ਗਾਰਡਨ ਪਾਰਟੀ ਦੇ ਵਿੱਚ ਗਏ ਸੀ। ਤਾਂ ਅੱਗੇ ਹੈ ਜੀ ਕੁਐਸਚਨ ਤੁਹਾਡੇ ਲਈ, ਜਿਸ ਦਾ ਜਵਾਬ ਤੁਸੀਂ ਕਮੈਂਟ ਬਾਕਸ ਦੇ ਵਿੱਚ ਦਿਓਗੇ। ਸੋ ਕੁਐਸਚਨ ਹੈ ਜੀ, ਹੇਠ ਲਿਖਿਆਂ ਦੇ ਵਿੱਚੋਂ
ਹੈਨਲੇ ਪਾਸਪੋਰਟ ਸੂਚੀ ਦੇ ਵਿੱਚ ਕਿਸ ਦੇਸ਼ ਨੇ 2021 ਦੀ ਜਿਹੜੀ ਸੂਚੀ ਜਾਰੀ ਕੀਤੀ ਗਈ ਹੈ, ਕਿਸ ਦੇਸ਼ ਨੇ ਟੌਪ ਕੀਤਾ, ਕਿਹੜਾ ਦੇਸ਼ ਸਭ ਤੋਂ ਸਿਖਰ 'ਤੇ ਹੈ? ਤਾਂ ਜਾਪਾਨ, ਸਿੰਗਾਪੁਰ, ਇਹ ਦੋਵੇਂ ਜਾਂ ਇਹਨਾਂ 'ਚੋਂ ਕੋਈ ਵੀ ਨਹੀਂ। ਤੁਸੀਂ ਇਸ ਦਾ ਜਵਾਬ ਕਮੈਂਟ ਬਾਕਸ ਦੇ ਵਿੱਚ ਦਿਓ। ਔਰ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ, ਵੀਡੀਓ ਨੂੰ ਲਾਈਕ ਕਰਿਓ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਜਿੰਨੇ ਵੀ ਮਿੱਤਰ ਤਿਆਰੀ ਕਰ ਰਹੇ ਨੇ ਪੰਜਾਬ ਦੇ ਸਰਕਾਰੀ ਨੌਕਰੀਆਂ ਦੇ ਇਮਤਿਹਾਨਾਂ ਦੀ। ਔਰ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਜੋ ਨੋਟੀਫਿਕੇਸ਼ਨਸ ਜਿਹੜੀਆਂ ਨੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ। ਬਹੁਤ ਬਹੁਤ ਧੰਨਵਾਦ ਜੀ। ਮਿਲਦੇ ਹਾਂ ਅਗਲੇ ਐਪੀਸੋਡ ਦੇ ਨਾਲ। ਧੰਨਵਾਦ ਜੀ।